those who want to disturb the peace of Punjab, their plans will never let the people of Punjab succeed. 3 crore people of Punjab are united. Whole brotherhood is together. कि 3 ਕਰੋੜ ਪੰਜਾਬ ਦੇ ਲੋਕ ਇਕੱਠੇ ਨੇ। ਉਹਨੂੰ ਰੱਖਿਆ ਹੀ ਪੰਜਾਬ ਫੋਕਸਡ ਹੈ। ਹੁਣ ਜਦੋਂ ਬਾਰ-ਬਾਰ ਲੋਕ ਕਹਿ ਰਹੇ ਨੇ ਜੀ ਚੀਫ ਮਿਨਿਸਟਰ 'ਚ, ਉਹ ਤਾਂ ਉਹਨੂੰ ਉਹਨਾਂ ਨੇ ਖੜਾ ਕੀਤਾ। ਉਹਨਾਂ ਨੇ ਉਹਨੂੰ ਪਹਿਲਾਂ ਕਿਸ ਅੰਦਾਜ਼ 'ਚ ਸਿੱਖਾਂ ਦੇ ਵਿੱਚ ਵਾੜਿਆ, ਕਿਵੇਂ ਡਾਇਸਪੋਰਾ ਸਿੱਖਾਂ 'ਚ ਉਹਦੀ ਥਾਂ ਬਣਾਈ। ਜੇ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਈਲ ਫਸੀ ਹੋਈ ਹੈ, ਇੱਕ ਚੀਫ ਮਿਨਿਸਟਰ ਦੇ ਦਸਤਖਤ ਜਿਹੜੇ ਨੇ ਉਹਦੀ ਰਿਲੀਜ਼ ਕਰ ਦਿੰਦੇ ਨੇ, ਪਰਮਾਨੈਂਟ ਪੈਰੋਲ ਕਰ ਦਿੰਦੇ ਨੇ, ਉਹ ਅੱਜ ਤੱਕ ਉਹਦੇ ਤੋਂ ਇਨਕਾਰੀ ਹੈ। ਅਮਰਿੰਦਰ ਵਰਗਾ ਬਦ ਅਖਲਾਕ, ਬਦ ਕਲਾਮ, ਬਦ ਕਿਰਦਾਰ ਕਿ ਜੀ ਚੀਫ ਮਿਨਿਸਟਰ ਉਹਨੂੰ ਜੀ ਕੋਈ ਨਹੀਂ, ਤੂੰ ਹੀ ਚੀਫ ਮਿਨਿਸਟਰ ਫੇਸ ਹੋਏਗਾ, ਤੂੰ ਆ। ਨਹੀਂ, ਉਹ ਪਦਮ ਭੂਸ਼ਣ, ਪਦਮ ਸ਼੍ਰੀ ਇਸ ਕਿਸਮ ਦੇ ਜਿਨ੍ਹਾਂ ਨੂੰ ਉਹਨਾਂ ਨੇ ਆ ਢੀਂਡਸੇ ਔਰ ਦੂਜੇ ਤੀਜੇ ਇਹ ਅੱਜ ਬੀਜੇਪੀ ਦੇ ਨਾਲ ਲੱਗੇ। ਪਰ ਤੁਸੀਂ ਦੇਖੋ ਇਹਨਾਂ ਦੇ ਕੰਮ ਕਦੋਂ ਦਾ ਹੋ ਰਿਹਾ ਸੀ। ਬਹੁਤ ਸਾਰਾ ਸਿਨੇਰੀਓ 5 ਜਨਵਰੀ ਨੂੰ ਜਦੋਂ ਇਹ ਹੋ ਕੇ ਜਾਂਦਾ ਮੋਦੀ ਔਰ ਇਲੈਕਸ਼ਨ ਕੋਡ ਲੱਗਦਾ ਹੈ, ਉਸ ਤੋਂ ਬਾਅਦ ਸਾਹਮਣੇ ਹੋਏਗਾ ਵਾਇਲੈਂਸ ਹੋਏਗੀ। ਟਾਰਗੇਟ ਬੀਜੇਪੀ ਜਾਂ RSS ਦਾ, ਹੰਗ ਅਸੈਂਬਲੀ ਦਾ। ਦੁਸ਼ਮਣ ਇਹ ਲੜਾਈ ਜੇ ਲੜ ਰਿਹਾ ਤੇ ਉਹ ਸਿੱਖ ਕੌਮ ਦੇ ਖਿਲਾਫ ਔਰ ਖਾਲਿਸਤਾਨ ਦੇ ਖਿਲਾਫ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਗੱਲਬਾਤ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਇਲੈਕਸ਼ਨਸ ਹੁਣ ਹੋਣ ਜਾ ਰਹੀਆਂ ਨੇ, ਮਾਹੌਲ ਉਸ ਕਿਸਮ ਦਾ ਬਣ ਗਿਆ ਆ। ਆਲਰੇਡੀ ਸਾਰਿਆਂ ਦੀ ਦੌੜ ਲੱਗੀ ਹੋਈ ਹੈ, ਹਰ ਇੱਕ ਪੋਲੀਟੀਕਲ ਪਾਰਟੀ ਦੀ। ਸੋ ਇਹਦੇ ਵਿੱਚ ਜਿੱਥੇ ਅਸੀਂ ਹਿੰਦੂਤਵ ਦੀ ਗੱਲ ਕੀਤੀ ਹੈ, ਅਦਰਵਾਈਜ਼ ਦੇਖ ਰਹੇ ਹਾਂ, ਸੋ ਪੰਜਾਬ ਨੂੰ ਕਿਵੇਂ ਕੇਂਦਰ ਵੱਲੋਂ ਡੀਲ ਕੀਤਾ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਅਤੇ ਉਹਦੇ ਨਾਲ ਜਿਵੇਂ ਪੋਸਟ ਜਦੋਂ ਅਸੀਂ ਕਿਸਾਨ ਸੰਘਰਸ਼ ਦਾ ਟਾਈਮ ਪੀਰੀਅਡ ਦੇਖਦੇ ਹਾਂ, ਹੁਣ ਅਸੀਂ ਉਹਦੇ ਵਿੱਚੋਂ ਲੰਘ ਰਹੇ ਹਾਂ, ਅਤੇ ਉਹਦੇ ਜਿਹੜੇ ਇੰਪੈਕਟ ਨੇ ਕਾਫੀ ਆਸ ਲਾਈ ਜਾ ਰਹੀ ਸੀ ਕਿ ਹੋ ਸਕਦਾ ਆ ਕਿ ਇੱਕ ਪੋਲੀਟੀਕਲ ਧਿਰ ਦੇ ਤੌਰ 'ਤੇ ਜਾਂ ਲੋਕ ਇਕੱਠੇ ਹੋਣ, ਪਰ ਹੁਣ ਉਹਦੇ 'ਤੇ ਵੀ ਕਿਤੇ ਨਾ ਕਿਤੇ ਕੁਐਸਚਨ ਮਾਰਕ ਲੱਗਦਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਤਿਰੰਗਾ ਯਾਤਰਾਵਾਂ ਨੇ ਉਹ ਦੇਖਣ ਦੇ ਵਿੱਚ ਆ ਰਹੀਆਂ ਨੇ, ਪਹਿਲਾਂ ਜਲੰਧਰ, ਹੁਣ ਪਟਿਆਲਾ, ਅਤੇ ਅਦਰਵਾਈਜ਼ ਉਹ ਇੱਕ ਵੱਖਰੀ ਕਿਸਮ ਦਾ ਥਾਟ। ਉਸੇ ਦੇ ਥੱਲੇ ਜਿਹੜੀ ਆਈਡੀਓਲੋਜੀ ਕੇਂਦਰ ਦੀ, ਦਿੱਲੀ ਦੀ ਇਸ ਵਕਤ ਚੱਲ ਰਹੀ ਹੈ ਹਿੰਦੂਤਵਾਦੀ, ਉਹਦੇ ਥੱਲੇ ਉਸ ਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਸੋ ਜਿਹੜਾ ਇਹ ਸਿਨੈਰੀਓ ਬਣਦਾ ਜਾ ਰਿਹਾ ਹੈ ਕਿ ਇਹਦੇ ਵਿੱਚੋਂ ਪੰਜਾਬ ਦੇ ਭਲੇ ਦੀ ਕੋਈ ਲਾਈਨ ਨਿਕਲ ਸਕਦੀ ਹੈ। ਚੋਣਾਂ ਹੁੰਦੀਆਂ ਨੇ, ਚੋਣਾਂ ਤੋਂ ਬਾਅਦ ਕਿਵੇਂ ਦਾ ਉਹ ਬਣਦਾ ਨਜ਼ਰ ਆਉਂਦਾ ਮਾਹੌਲ? ਦੇਖੋ, ਤੁਸੀਂ ਕਰੰਟ ਸਿਚੁਏਸ਼ਨ ਨੂੰ ਸਮਝਣਾ ਹੋਏ ਪੰਜਾਬ ਦੀ, ਜਾਂ ਪੋਸਟ ਇਲੈਕਸ਼ਨ ਸਿਨੇਰੀਓ ਦੇ ਵਿੱਚ ਕੀ ਵਾਪਰੇਗਾ, ਅਤੇ ਤੁਹਾਨੂੰ ਹਿੰਦੂ ਥਾਟ ਨੂੰ ਸਮਝਣ ਦੀ ਲੋੜ ਹੈ। ਔਰ ਇਹਨਾਂ ਦਾ ਪਿਤਾਮਾ ਚਾਣਕਿਆ, ਜਿਹੜਾ ਕਿ ਫਾਦਰ ਹੈ ਦੁਨੀਆ ਦੇ ਵਿੱਚ ਛਲ ਕਪਟ, ਜਿਹਦੇ ਲਈ ਲਫ਼ਜ਼ ਕੂਟਨੀਤੀ ਇਹ ਖੁਦ ਇਸਤੇਮਾਲ ਕਰਦੇ ਨੇ। ਇੱਕ ਨੀਤੀ ਹੈ, ਇੱਕ ਕੂਟਨੀਤੀ ਦਾ ਮਤਲਬ ਬੇਈਮਾਨੀ ਦਾ ਸਿਰਾ, ਔਰ ਉਸ ਦਾ ਜਿਹੜਾ ਕੂਟਨੀਤੀ ਸ਼ਾਸਤਰ ਹੈ ਚਾਣਕਿਆ ਦਾ, ਜਿਹੜਾ ਉਹ ਸਾਰੇ ਹਥਿਆਰਾਂ ਦੀ ਗੱਲ ਕਰਦਾ ਹੈ, ਜਿਹੜੇ ਕਿ ਆਪਣੇ ਦੁਸ਼ਮਣ ਨੂੰ ਚਿੱਤ ਕਰਨ ਦੇ ਲਈ ਰੂਲਰ ਨੂੰ ਵਰਤਣੇ ਚਾਹੀਦੇ ਨੇ। ਔਰ ਉਹਨਾਂ ਹਥਿਆਰਾਂ ਦੀ ਵਰਤੋਂ ਕਰਕੇ ਹੀ ਬੁੱਧ ਧਰਮ ਦਾ ਖਾਤਮਾ ਵੀ ਜਿਸ ਅੰਦਾਜ਼ ਦੇ ਵਿੱਚ ਸ਼ੰਕਰਾਂ ਨੇ ਕੀਤਾ, ਉਹਨਾਂ ਹਥਿਆਰਾਂ ਦਾ ਇਸਤੇਮਾਲ ਕਰਕੇ ਹੀ, ਜਿਸ ਅੰਦਾਜ਼ ਦੇ ਵਿੱਚ ਈਵਨ ਬੇਸ਼ੱਕ ਮੁਗਲਿਆ ਸਲਤਨਤ ਦੀ ਅਸੀਂ ਗੱਲ ਕਰਦੇ ਹਾਂ, ਲੇਕਿਨ ਜੇ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਅੰਦਰੋਂ ਖੋਰਾ ਲਾਉਣ 'ਚ, ਜਾਂ ਕਿਵੇਂ ਜੇ ਸਿੱਖ ਧਰਮ ਦੇ ਹਵਾਲੇ ਨਾਲ ਦੇਖਣਾ ਹੋਏ ਤੇ 10 ਪਾਤਸ਼ਾਹੀਆਂ ਦੇ ਦੌਰੇ ਦੇ ਦੌਰਾਨ ਕਿਵੇਂ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਸਿੱਖੀ ਵਿਚਾਰਧਾਰਾ, ਜਿਸ ਨੂੰ ਬ੍ਰਾਹਮਣ ਬਹੁਤ ਖਤਰਨਾਕ ਸਮਝਦਾ ਸੀ, ਬਰਾਬਰੀ ਦੀ ਗੱਲ, ਇਨਸਾਨੀਅਤ ਦੀ ਗੱਲ, ਸੰਗਤ ਪੰਗਤ ਦੀ ਗੱਲ, ਤੇ ਉਹਨਾਂ ਨੇ ਕਿਵੇਂ ਵੇਲੇ ਦੀ ਹਕੂਮਤ ਨੂੰ, ਹਾਕਮਾਂ ਨੂੰ ਵੀ ਵਰਤਿਆ। ਉਹ ਭਾਵੇਂ ਚੰਦੂ ਦੇ ਰੂਪ 'ਚ ਜਹਾਂਗੀਰ ਦੀ ਇਨਸਟੀਗੇਸ਼ਨ ਸੀ, ਜਾਂ ਗੰਗੂ ਦੇ ਰੂਪ ਦੇ ਵਿੱਚ ਕੀਤੀ ਗਈ ਟਰੈਚਰੀ ਸੀ, ਜਾਂ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਰੂਪ 'ਚ ਕੀਤਾ ਸਿੱਧਾ ਹਮਲਾ ਸੀ, ਜਾਂ ਸੁੱਚਾਨੰਦ ਦੇ ਫੋਰਮ ਦੇ ਵਿੱਚ ਸਰਹੰਦ ਦੀ ਕਚਹਿਰੀ 'ਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੇ ਲਈ ਕਾਜ਼ੀ ਤੋਂ ਲਿਆ ਫਤਵਾ ਸੀ। ਤੇ ਫਿਰ ਤੁਹਾਨੂੰ ਇਹ ਗੱਲ ਅਫਜ਼ਲ ਅਹਿਸਨ ਰੰਧਾਵਾ ਦੀ ਸਮਝ ਆਏਗੀ, ਜਿਹੜੀ 9 ਜੂਨ 1984 ਨੂੰ ਨਵਾਂ ਘੱਲੂਘਾਰਾ ਨਜ਼ਮ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਪੋਲੀਟੀਕਲ ਪਾਵਰ ਇਹਨਾਂ ਦੇ ਕੋਲ ਨਹੀਂ ਸੀ ਇਹਨਾਂ 5 ਸਦੀਆਂ 'ਚ। ਉਹਨਾਂ ਨੇ
ਜਿਹੜੀ ਸੈਮਾਈ ਪੋਲੀਟੀਕਲ ਪਾਵਰ ਸੀ, 22 ਤਾਰ ਦੇ ਪਹਾੜੀ ਰਾਜੇ ਨਜ਼ਰਾਨੇ ਦਿੰਦੇ ਸੀ ਦਿੱਲੀ ਦਰਬਾਰ ਨੂੰ, ਪਰ ਆਟੋਨਮਸ ਸੀ, ਉਹਨੂੰ ਵੀ ਉਹਨਾਂ ਨੇ ਸਿੱਖੀ ਨੂੰ ਸੁਪਰੈਸ ਕਰਨ ਦੇ ਲਈ ਵਰਤਿਆ। ਔਰ ਸਾਜ਼ਿਸ਼ੀ ਗੱਲ ਤਾਂ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਕੰਧ ਸਾਹਿਬ ਬਟਾਲਾ ਤੋਂ ਸਫ਼ਰ ਨੂੰ ਸ਼ੁਰੂ ਕਰ ਲਈਏ ਕਿ ਕਿਸ ਕਿਸਮ ਦੇ ਹਮਲੇ ਸੀ, ਤਾਂ ਫਿਰ ਇਸ ਗੱਲ ਦੀ ਸਮਝ ਆਏਗੀ ਕਿ ਪਿਛਲੇ 75 ਸਾਲ ਤੋਂ ਜਦੋਂ ਤੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਕਿਵੇਂ ਕ੍ਰਿਮੀਨਲ ਟਰਾਈਬ, ਜਾਲੀ ਗੁਰੂ ਖੜੇ ਕਰਨੇ, ਇਹ ਸਾਰੇ ਹਮਲੇ ਹੋਏ ਨੇ। ਔਰ ਚਾਣਕਿਆ ਦੀ ਗੱਲ ਕਰਦੇ ਹਾਂ, ਉਹਨੇ 4 ਜਿਹੜੇ ਲਫ਼ਜ਼ ਇਸਤੇਮਾਲ ਕੀਤੇ ਕਿ ਦੁਸ਼ਮਣ ਨੂੰ ਚਿੱਤ ਕਰਨ ਦੇ ਲਈ ਸਾਮ, ਦਾਮ, ਦੰਡ, ਭੇਦ। ਹੁਣ ਸਾਮ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਕਿਸੇ ਦੀ ਸ਼ਰਨ 'ਚ ਚਲੇ ਜਾਣਾ। ਜਦੋਂ ਤੁਹਾਨੂੰ ਪਤਾ ਹੈ ਕਿ ਵੀ ਤੁਸੀਂ ਘਿਰ ਗਏ ਹੋ, ਜਿਹਨੂੰ ਅਸੀਂ ਸਾਦਾ ਪੰਜਾਬੀ 'ਚ ਕਹਾਂਗੇ ਗਧੇ ਨੂੰ ਪਿਓ ਕਹਿਣਾ ਕਿ ਭਾਈ ਤੇਰੇ ਹੀ ਬਸ ਹੈ, ਅਸੀਂ ਤੇਰੇ ਹੀ ਰੱਖੀਦਾ। ਇੱਥੋਂ ਬ੍ਰਾਹਮਣ ਦਾ ਸਫ਼ਰ ਸ਼ੁਰੂ ਹੁੰਦਾ। ਔਰ ਇਸੇ ਲਈ ਜਿਸ ਅੰਗਰੇਜ਼ ਨੇ ਇਹਨਾਂ ਦੇ ਕਰੈਕਟਰ ਨੂੰ ਬਿਆਨਿਆ ਸੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ। ਸੋ ਐਟ ਯੂਰ ਫੀਟ ਦੇ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜੇ ਮੁਗਲਾਂ ਤੋਂ ਬਚ ਗਏ, ਬ੍ਰਾਹਮਣ ਦੀ ਸੁਪੀਰੀਅਰਟੀ ਉਸ ਦੌਰ 'ਚ ਵੀ ਕਾਇਮ ਰਹੀ। ਅੰਗਰੇਜ਼ਾਂ ਦੇ ਵੇੜੇ ਤੋਂ ਆਉਂਦਾ ਟੌਪ ਆ ਗਏ ਸਾਰੇ ਪਾਸੇ, ਐਡਮਿਨਿਸਟ੍ਰੇਸ਼ਨ 'ਚ ਵੀ, ਦੂਜੇ ਵੀ। ਆਪਣੀ ਜਿਹੜੀ ਹਿੰਦੀ ਨਾਂ ਦੀ ਕੋਈ ਜ਼ਬਾਨ ਐਗਜ਼ਿਸਟ ਨਹੀਂ ਸੀ ਕਰਦੀ। 6-7 ਜਿਹੜੇ ਡਾਇਲੈਕਟ ਸੀ, ਕੋਈ ਭੋਜਪੁਰੀ, ਕੋਈ ਅਵਧੀ, ਕੋਈ ਬ੍ਰਿਜ ਭਾਸ਼ਾ, ਕੋਈ ਰੋਹੇਲੀ, ਉਹਨੂੰ ਮਿਲਾ ਕੇ ਇਹਨਾਂ ਨੇ ਆਪਣਾ ਜਿਹੜਾ ਦੇਵਨਾਗਰੀ ਬਣਾ ਕੇ ਉਹਦੀ ਰੈਕਗਨੀਸ਼ਨ ਵੀ ਲਈ। ਔਰ ਕਿਵੇਂ ਜਿਹੜੀ ਬਾਣੀਏ ਗਾਂਧੀ ਨੇ ਫਿਰ ਬਾਣੀਏ ਅੰਗਰੇਜ਼ ਨਾਲ ਡੀਲ ਕੀਤੀ, ਉਹ ਸਾਡੇ ਸਾਹਮਣੇ। ਸੋ ਪਹਿਲਾ ਪਾਰਟ ਜਿਹੜਾ ਸਾਮ, ਜੇ ਅਸੀਂ ਦੇਖਣਾ ਹੋਏ ਕਿ ਸਿੱਖਾਂ, ਜਦੋਂ ਤੁਸੀਂ ਇਹਨਾਂ 'ਚੋਂ ਕਿਸੇ ਦੇ ਮੂੰਹ ਸਿੱਖਾਂ ਦੀ ਤਾਰੀਫ ਸੁਣ ਰਹੇ ਹੋ, ਜਿਵੇਂ ਅਦਿੱਤਿਆਨਾਥ ਯੋਗੀ ਉੱਥੇ ਡਰਾਮਾ ਕਰ ਰਿਹਾ ਆਪਣੇ ਘਰ 'ਚ ਸਾਹਿਬਜ਼ਾਦਿਆਂ ਦੀ ਜਿਹੜਾ ਦਿਨ ਮਨਾ ਕੇ, ਜਾਂ ਮੋਦੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ, ਜਾਂ ਹੁਣ ਜਿੱਦਣ ਉਹਨੇ 5 ਜਨਵਰੀ ਨੂੰ ਆਉਣਾ, ਉਹਨੇ ਸਿੱਖਾਂ ਦੇ ਸੋਹਲੇ ਗਾਣੇ ਨੇ। ਤਾਂ ਇਹ ਸਮਝੋ ਉਹੀ ਕੂਟਨੀਤੀ ਦਾ ਹਿੱਸਾ ਹੈ ਜਿਹਦੇ 'ਚ ਕਿ ਉਹ ਕਹਿਣ ਤੇ ਮਜਬੂਰ ਨੇ, ਜਦੋਂ ਕਿ ਦਿਲ ਉਹਨਾਂ ਦਾ ਕਹਿੰਦਾ ਵੀ ਤੁਹਾਨੂੰ ਅਸੀਂ ਛੱਡਣਾ ਨਹੀਂ ਹੈ। ਦੂਸਰਾ ਉਹਦਾ ਹਥਿਆਰ ਹੈ ਦਾਮ, ਕੀਮਤ। ਹੁਣ ਅੱਜ ਜਦੋਂ ਤੁਸੀਂ ਦੇਖੋਗੇ ਕਿ ਵੀ, ਔਰ ਕਿਉਂਕਿ ਇਹ ਚਾਰੋਂ ਹੀ ਹਥਿਆਰ ਅੱਜ ਦੇ ਪੰਜਾਬ ਦੇ ਸਿਨੇਰੀਓ ਤੇ ਔਰ ਪੋਸਟ ਇਲੈਕਸ਼ਨ ਸਿਨੇਰੀਓ ਤੇ ਫਿੱਟ ਹੁੰਦੇ ਨੇ, ਇਸ ਲਈ ਇਹਨਾਂ ਨੂੰ ਥੋੜ੍ਹਾ ਜਿਹਾ ਵੇਰਵਾ ਇਹਨਾਂ ਦਾ ਇੰਪੋਰਟੈਂਟ ਹੈ। ਦਾਮ ਹੈ ਕੀਮਤ। ਚਾਣਕਿਆ ਹੋਏ ਜਾਂ ਸ਼ੰਕਰਾ ਹੋਏ ਜਾਂ ਅੱਜ ਮੋਦੀ ਅਮਿਤ ਸ਼ਾਹ ਹੋਏ, ਉਹ ਇਹ ਸਮਝਦੇ ਨੇ ਕਿ ਹਰ ਆਦਮੀ ਦੀ ਕੀਮਤ ਹੈ। ਉਹ ਕੀਮਤ ਦਾਮ ਹੈ, ਉਹਦੀ ਕੀਮਤ ਤਾਰੋ, ਉਹਨੂੰ ਖਰੀਦੋ। ਜੇ ਉਹਦੇ ਅੰਦਰ ਸੱਤਾ ਦੀ ਲਾਲਸਾ ਹੈ, ਉਸ ਨੂੰ ਕਹੋ ਵੀ ਤੈਨੂੰ, ਜਿਵੇਂ ਅਮਰਿੰਦਰ ਵਰਗਾ ਬਦ ਅਖਲਾਕ, ਬਦ ਕਲਾਮ, ਬਦ ਕਿਰਦਾਰ, ਕਿ ਜੀ ਚੀਫ ਮਿਨਿਸਟਰ ਨੂੰ, ਜੀ ਕੋਈ ਨਹੀਂ, ਤੂੰ ਹੀ ਚੀਫ ਮਿਨਿਸਟਰ ਫੇਸ ਹੋਏਗਾ, ਤੂੰ ਆ। ਕੀਮਤ ਹਰ ਇੱਕ ਨੂੰ ਜੋ ਸੁੱਟ ਦਿਓ ਖੁੱਲ੍ਹਾ। ਔਰ ਜਦੋਂ ਇਹਨਾਂ ਨੇ ਬਾਣੀਆਂ ਖੁੱਲ੍ਹਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਉਹਨਾਂ ਨੂੰ ਸੀ, ਅਤੇ ਜਿਹੜਾ ਅਦਰਵਾਈਜ਼ ਉਹਨਾਂ ਨੂੰ ਲੱਗਦਾ ਕਿ ਭਾਈ ਕਿਸੇ ਦਾ ਝੂਠਾ ਪ੍ਰਾਈਡ, ਕਿਸੇ ਦੀ ਈਗੋ ਮੈਸਾਜ ਕਰਕੇ ਜਿਹੜਾ ਉਹ ਕੋਈ ਖੁਸ਼ ਹੋ ਉਹ ਵੀ ਇੱਕ ਦਾਮ ਦੇ ਵਿੱਚ ਆ ਜਾਂਦਾ। ਹਰ ਬੰਦੇ ਦੀ, ਜਿਹੜੇ ਲੋਕ ਪੈਸੇ ਨਾਲ ਨਹੀਂ ਵਿਕਦੇ, ਕਈ ਵਾਰੀ ਉਹ ਸ਼ੌਹਰਤ ਦੇ ਹੀ ਭੁੱਖੇ ਹੁੰਦੇ ਨੇ। ਨਹੀਂ, ਉਹ ਪਦਮ ਭੂਸ਼ਣ, ਪਦਮ ਸ਼੍ਰੀ, ਇਸ ਕਿਸਮ ਦੇ ਜਿਹਨਾਂ ਨੂੰ ਉਹਨਾਂ ਨੇ ਆ ਢੀਂਡਸੇ ਔਰ ਦੂਜੇ ਤੀਜੇ, ਇਹ ਅੱਜ ਬੀਜੇਪੀ ਦੇ ਨਾਲ ਲੱਗੇ। ਪਰ ਤੁਸੀਂ ਦੇਖੋ ਇਹਨਾਂ ਦੇ ਕੰਮ ਕਦੋਂ ਦਾ ਹੋ ਰਿਹਾ ਸੀ, ਕਿਵੇਂ ਇਹਨਾਂ ਨੂੰ ਉਹਨਾਂ ਨੇ ਪੈਂਪਰ ਕਰਕੇ ਖੜਾ ਕੀਤਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਦਾਮ ਜਾਂ ਪੈਸੇ ਨਾਲ ਵਿਕਣ ਤੋਂ ਇਨਕਾਰੀ ਹੁੰਦਾ, ਔਰ ਸਰ ਕਪੂਰ ਸਿੰਘ ਹੋਰਾਂ ਦੀ ਮੈਂ ਕੋਟ ਦੁਹਰਾਉਣਾ ਚਾਹੁੰਦਾ ਕਿ ਜਿਹੜਾ ਵਿਕਣ ਤੋਂ ਇਨਕਾਰੀ ਹੈ, ਉਹਦੇ ਸਿਰ ਦਾ ਮੁੱਲ ਰੱਖਿਆ ਜਾਂਦਾ। ਹੁਣ ਜੇ ਤੁਸੀਂ ਅੱਜ ਪੰਜਾਬ ਦਾ ਵਰਤਾਰਾ ਇੱਕਦਮ ਰੌਲਾ ਪਾ ਦਿੱਤਾ ਜੀ, ਸਿਕਿਉਰਿਟੀ ਨੂੰ ਖਤਰਾ, ਬੇਅਦਬੀ ਵੀ ਕਰਾਤੀ, ਲੁਧਿਆਣਾ ਬੰਬ ਕਾਂਡ ਵੀ, ਔਰ ਜਿਵੇਂ ਇਹਦੀ ਤੁਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ, ਉਹ ਅੱਜ ਜਦੋਂ ਤਿਰੰਗੇ ਲਪਟਾ ਕੇ ਇੱਕ ਦੂਜੇ ਦੇ ਸਾਰੇ ਬਦਨ ਦੇ ਉੱਤੇ ਪਟਿਆਲੇ 'ਚ ਯਾਤਰਾ ਕੱਢ ਰਿਹਾ, ਤੇ ਨਾਲ ਉਹ ਕਹਿ ਰਿਹਾ, ਦੋਜ਼ ਹੂ ਵਾਂਟ ਟੂ ਡਿਸਟਰਬ ਦਾ ਪੀਸ ਆਫ ਪੰਜਾਬ, their plans will never let the people of Punjab succeed. 3 crore people of Punjab are united. Whole brotherhood is together. ਕਿ 3 ਕਰੋੜ ਪੰਜਾਬ ਦੇ ਲੋਕ ਇਕੱਠੇ ਨੇ। ਮਤਲਬ ਇਹ ਹੈ ਵੀ ਤਿਰੰਗੇ। ਹੁਣ ਇਹ ਮੈਸੇਜ ਡਾਇਰੈਕਟ ਮੋਦੀ ਦੀ ਪਾਰਟੀ ਨਹੀਂ ਦੇ। ਹੁਣ ਤੁਸੀਂ ਇਹ ਦੇਖੋਗੇ ਕਿ ਕਿਵੇਂ ਕੇਜਰੀਵਾਲ ਦੀ ਪ੍ਰੋਜੈਕਸ਼ਨ, ਅੰਨਾ ਹਜ਼ਾਰੇ ਇਹਨਾਂ ਦਾ ਹੀ ਪਾਰਟ ਸੀ, ਜਿਹੜਾ ਉਹਦਾ ਵਰਤ ਵੀ ਰੱਖਿਆ ਗਿਆ। ਔਰ ਹੁਣ ਤਾਂ ਤੱਥ ਸਾਹਮਣੇ ਨੇ ਕਿ ਜਿੰਨਾ ਉੱਥੇ ਫੂਡ ਜਾਂ 24/7 ਮੀਡੀਆ ਔਰ ਸਾਰੇ ਖਰਚੇ ਵਿਵੇਕਾਨੰਦ ਫਾਊਂਡੇਸ਼ਨ ਕਰ ਰਹੀ ਸੀ, ਔਰ ਅਜੀਤ ਡੋਵਲ ਹੈਡ ਕਰਦਾ ਵਿਵੇਕਾਨੰਦ ਫਾਊਂਡੇਸ਼ਨ ਨੂੰ।
ਸੋ ਅੰਨਾ ਹਜ਼ਾਰੇ ਚੋਂ ਹੀ ਕੇਜਰੀਵਾਲ ਨਿਕਲਿਆ, ਔਰ ਕੇਜਰੀਵਾਲ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ, ਔਰ ਕੇਜਰੀਵਾਲ ਦੇ ਪੈਰ ਹੋਰ ਕਿਤੇ ਨਹੀਂ ਲੱਗੇ ਸਵਾਏ ਦਿੱਲੀ ਤੋਂ, ਉਹ ਵੀ ਸਿਰਫ ਦਿੱਲੀ ਅਸੈਂਬਲੀ ਲੈਵਲ ਤੇ। ਦਿੱਲੀ ਦੇ ਟੈਰੀਟਰੀ 'ਚ 6 ਮਿਊਨਿਸਪੈਲਿਟੀਜ਼ ਨੇ, ਉਹਨਾਂ 'ਚ ਬੀਜੇਪੀ ਬਣਦੀ ਹੈ, 6 ਦੇ ਕਰੀਬ MP ਬਣਦੇ ਨੇ, ਉਹ ਸਾਰੇ ਬੀਜੇਪੀ ਦੇ ਬਣਦੇ ਨੇ। ਸੋ ਉਹਨੂੰ ਲਿਮਿਟ, ਉਹਨੂੰ ਰੱਖਿਆ ਹੀ ਪੰਜਾਬ ਫੋਕਸਡ ਹੈ। ਹੁਣ ਜਦੋਂ ਬਾਰ-ਬਾਰ ਲੋਕ ਕਹਿ ਰਹੇ ਨੇ ਜੀ ਚੀਫ ਮਿਨਿਸਟਰ 'ਚ, ਉਹ ਤਾਂ ਉਹਨੂੰ ਉਹਨਾਂ ਨੇ ਖੜਾ ਕੀਤਾ, ਉਹਨਾਂ ਨੇ ਉਹਨੂੰ ਪਹਿਲਾਂ ਕਿਸ ਅੰਦਾਜ਼ 'ਚ ਸਿੱਖਾਂ ਦੇ ਵਿੱਚ ਵਾੜਿਆ, ਕਿਵੇਂ ਡਾਇਸਪੋਰਾ ਸਿੱਖਾਂ 'ਚ ਉਹਦੀ ਥਾਂ ਬਣਾਈ, ਕਿਸ ਕਿਸਮ ਦੀਆਂ ਉਹਦੀਆਂ ਜਿਹੜੀਆਂ ਨੇ ਤੁਸੀਂ ਤਕਰੀਰਾਂ, ਔਰ ਦੂਸਰਾ ਦੇਖੋ ਸਿੱਖਾਂ ਨੂੰ ਵੀ ਲੱਗਾ ਕਿ ਵੀ ਇਹ ਬੜਾ। ਹੁਣ ਹਾਲਾਤ ਇਹ ਨੇ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਈਲ ਫਸੀ ਹੋਈ ਹੈ, ਇੱਕ ਚੀਫ ਮਿਨਿਸਟਰ ਦੇ ਦਸਤਖਤ ਜਿਹੜੇ ਨੇ ਉਹਦੀ ਰਿਲੀਜ਼ ਕਰ ਦਿੰਦੇ ਨੇ, ਪਰਮਾਨੈਂਟ ਪੈਰੋਲ ਕਰ ਦਿੰਦੇ ਨੇ, ਉਹ ਅੱਜ ਤੱਕ ਉਹਦੇ ਤੋਂ ਇਨਕਾਰੀ ਹੈ। ਹੁਣ ਇਹ ਜਿਹੜੀ ਦਾਮ ਦੀ ਲਾਈਨ ਹੈ ਉਹ ਅਸੀਂ ਦੇਖ ਰਹੇ ਹਾਂ ਜੀ, ਜਗਜੀਤ ਸਿੰਘ, ਉਹਨਾਂ ਦੀ ਮਦਰ, ਔਰ ਫੜੋ ਫੜੀ ਆਉਣ ਵਾਲੇ ਦਿਨਾਂ 'ਚ ਸਿਕਿਉਰਿਟੀ ਦਾ, ਔਰ ਦੂਸਰਾ ਰੌਲਾ ਪਾ ਕੇ ਹੋਰ ਵੀ ਬਹੁਤ ਸਾਰੇ ਫੜੇ ਜਾਣਗੇ। ਤੇ ਤੀਸਰਾ ਪਾਰਟ ਅਸੀਂ ਦੇਖਦੇ ਹਾਂ ਜਿਹੜਾ ਦੰਡ, ਪਨਿਸ਼ਮੈਂਟ। ਹੁਣ ਪਨਿਸ਼ਮੈਂਟ 25-25 ਸਾਲ ਉਹ ਬਾਹਰ ਹੀ ਨਾ ਨਿਕਲਣ ਦਿਓ, ਸਖਤ ਤੋਂ ਸਖਤ ਧਾਰਾਵਾਂ ਲਾ ਦਿਓ, ਦੇਸ਼ ਧਰੋਹ ਕਰ ਦਿਓ, ਜੋ ਵੀ ਕਿ ਜੋ ਵੀ ਕਾਨੂੰਨ ਦੇ ਔਰ ਬੇਕਾਨੂੰਨੀ ਢੰਗ ਦੇ ਨਾਲ ਕੀਤਾ ਜਾ ਸਕਦਾ। ਔਰ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਅੱਜ ਪੰਜਾਬ 'ਚ, ਜਿਹੜਾ ਅੱਜ ਪੰਜਾਬ ਦੇ ਵੋਟਰ ਨੂੰ ਵੀ ਕਨਫਿਊਜ਼ ਕਰ ਰਿਹਾ, ਦੁਨੀਆ ਭਰ 'ਚ ਸਿੱਖ ਵੀ ਦੇਖ ਰਹੇ ਨੇ, ਉਹ ਫਾਈਨਲੀ ਹੈ ਭੇਦ, ਡਿਵਾਈਡ। ਔਰ ਡਿਵਾਈਡ ਉਹੀ ਜਿਵੇਂ ਤੁਸੀਂ ਇੰਨੇ ਖੜੇ ਕਰ ਦਿਓ ਕਿ ਆਮ ਲੋਕ ਵੀ ਕਹਿਣ ਜੀ ਛੱਡੋ ਜੀ ਪਰਾਂ, ਕਿਤੇ ਇਤਬਾਰ ਕਰੀਏ, ਔਰ ਉਹਦੇ 'ਚੋਂ ਤੁਸੀਂ ਫਿਰ ਆਪਣਾ ਸ਼ਿਕਾਰ ਕੱਢੋ। ਸੋ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਪੰਜਾਬ 'ਚ ਇਸ ਵਾਰ ਇਲੈਕਸ਼ਨਾਂ ਵਾਇਲੈਂਟ ਹੋਣਗੀਆਂ। ਬਹੁਤ ਸਾਰੀ ਅਜੇ ਖਰੀਦੋ ਫਰੋਖਤ, ਬਹੁਤ ਸਾਰਾ ਸਿਨੇਰੀਓ 5 ਜਨਵਰੀ ਨੂੰ ਜਦੋਂ ਇਹ ਹੋ ਕੇ ਜਾਂਦਾ ਮੋਦੀ ਔਰ ਇਲੈਕਸ਼ਨ ਕੋਡ ਲੱਗਦਾ, ਉਸ ਤੋਂ ਬਾਅਦ ਸਾਹਮਣੇ ਹੋਏਗਾ, ਵਾਇਲੈਂਸ ਹੋਏਗੀ। ਟਾਰਗੇਟ ਬੀਜੇਪੀ ਜਾਂ RSS ਦਾ, ਹੰਗ ਅਸੈਂਬਲੀ ਦਾ। ਹੰਗ ਅਸੈਂਬਲੀ ਹੋਣ ਦੀ ਸੂਰਤ 'ਚ ਇੱਕ ਪਾਰਟ ਤਾਂ ਇਹ ਹੈ ਜਿਹੜਾ ਇਹਨਾਂ ਦੀ ਡੀਲ ਬੀਜੇਪੀ, ਬਾਦਲ ਦਲ ਔਰ ਇਹ ਢੀਂਡਸਾ, ਅਮਰਿੰਦਰ, ਇਹਨਾਂ ਦੇ ਨਾਲ ਜੇ ਇੱਧਰ ਵੀ ਕੋਈ ਨਾ ਬਣਦੀ ਹੋਈ, ਕਿਸੇ ਨੂੰ ਵੀ ਖੜੇ ਨਾ ਹੋਣ ਦੇਣਗੇ, ਤੇ ਫਿਰ ਪ੍ਰੈਜ਼ੀਡੈਂਟ ਰੂਲ ਦੁਬਾਰਾ ਲਾ ਕੇ ਅਗੇਨ ਆਪਣੀ। ਸੋ ਉਹਨਾਂ ਨੇ ਹਰ ਹਾਲਤ ਦੇ ਵਿੱਚ ਪੰਜਾਬ ਨੂੰ ਕੰਕਰ ਕਰਨਾ ਹੈ, ਜਿਹੜਾ ਉਹਨਾਂ ਨੂੰ ਇਹ ਲੱਗਦਾ ਹੈ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਦੁਸ਼ਮਣ ਇਹ ਲੜਾਈ ਜੇ ਲੜ ਰਿਹਾ ਤੇ ਉਹ ਸਿੱਖ ਕੌਮ ਦੇ ਖਿਲਾਫ ਔਰ ਖਾਲਿਸਤਾਨ ਦੇ ਖਿਲਾਫ। ਔਰ ਇਸ ਸਾਰੇ ਦੇ ਵਿੱਚ ਸਾਨੂੰ ਇਹ ਸਮਝਣਾ ਹੋਏਗਾ ਕਿ ਭਾਈ ਅਸੀਂ ਆਪਣੀ ਤਾਕਤ ਐਵੇਂ ਜ਼ਾਇਆ ਨਾ ਕਰੀਏ, ਫੋਕਸਡ ਸਾਡੀ ਸਟਰਗਲ ਹੋਣੀ ਚਾਹੀਦੀ ਹੈ। ਚੋਣਾਂ 'ਚੋਂ ਜੰਮੂ ਕਸ਼ਮੀਰ ਦਾ ਹਾਲ ਦੇਖ ਲਓ, ਉੱਥੋਂ ਕਿਸ ਕਿਸਮ ਦਾ ਸਿਸਟਮ ਖੜਾ ਕੀਤਾ ਜਾਂਦਾ। ਅਲਟੀਮੇਟਲੀ ਪੰਜਾਬ ਅੱਧਾ ਜਿਹੜਾ ਹੈ ਉਹ BSF ਦੇ ਹਵਾਲੇ ਉਹਨਾਂ ਨੇ ਕੀਤਾ ਹੋਇਆ। ਉਹਦੇ 'ਚੋਂ ਜਦੋਂ ਮਰਜ਼ੀ ਪੰਜਾਬ ਨੂੰ ਇਹ ਕਸ਼ਮੀਰ ਵਾਂਗ ਯੂਨੀਅਨ ਟੈਰੀਟਰੀ ਬਣਾਉਣ ਵੱਲ ਵੀ ਤੋਰ ਸਕਦੇ ਨੇ, ਜਿਹੜੀਆਂ ਇਹਨਾਂ ਦੀਆਂ ਮਲਟੀਪਲ ਪ੍ਰਪੋਜ਼ਲਸ ਔਨ ਦਾ ਟੇਬਲ ਨੇ। ਪਰ ਇੱਕ ਗੱਲ ਇਸ ਦੇ ਉੱਤੇ ਬਿਲਕੁਲ ਸਾਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਸਿੱਖ ਕੌਮ ਨੂੰ ਸਬਡਿਊ ਕਰਨ ਲਈ, ਸਿੱਖਾਂ ਨੂੰ ਹਿੰਦੂ ਉਸ ਖਾਰੇ ਸਮੁੰਦਰ ਦੇ ਵਿੱਚ ਡੋਬਣ ਦੇ ਲਈ ਹਰ ਹੀਲਾ ਵਰਤਿਆ। ਇਸ ਤੋਂ ਵੀ ਵਰਸਟ ਵਰਤਣਾ ਹੈ। ਔਰ ਜਿਹੜੀ ਗੱਲ ਕਦੇ ਇਹ ਸੁਨੀਲ ਜਾਖੜ, ਜਿਹੜਾ ਹੁਣ ਕਾਂਗਰਸ ਦਾ ਕੈਂਪੇਨ ਇੰਚਾਰਜ ਹੈ, ਉਹਦੇ ਪਿਓ ਨੇ ਕਿਹਾ ਸੀ, ਦੇ ਪਿਓ ਨੇ ਬਲਰਾਮ ਜਾਖੜ ਨੇ, ਸਪੀਕਰ ਵੀ ਸੀ, कि अगर भारत की एकता अखंडता के लिए हमें 2 करोड़ सिखों को मारना भी पड़ा तो हम हिचकिचाएंगे नहीं। सो जे तुसी नैरेटिव देखो बिल्ट हो रहा है, एक पासे साम वाले खड़े किए हुए ने, 2-4 योगी इस किस्म के जिहड़े सिखां दी बड़ी तारीफ करनगे, देखो की हो रहा, उन्होंने सोशल मीडिया ते वायरल किया जाता है। दूसरे पासे उस किस्म के शिव सेना ਜਾਂ ਦੂਜੇ ਦੇ ਨਾਂ ਥੱਲੇ ਜਿਹੜੇ ਗੁਰੂ ਨਾਨਕ ਸਾਹਿਬ ਔਰ ਗੁਰੂ ਸਾਹਿਬਾਨ ਪ੍ਰਤੀ ਅਪ ਲਫ਼ਜ਼ ਕਹਿਣਗੇ, ਉਹਨਾਂ ਨੂੰ ਵੀ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ ਹੈ। ਤੀਸਰੇ ਜਿਨ੍ਹਾਂ ਨੂੰ ਦਿਮਾਗੀ ਬਿਮਾਰ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਜਾ ਰਹੀ ਹੈ, ਇਹ ਪਾਰਟ ਵੀ ਬਰਾਬਰ ਹੈ। ਚੌਥਾ ਉਹ ਜਿਹੜੇ ਵਿੱਚੋਂ ਗੁੰਡੇ ਜਿਹੜਾ ਸੌਦਾ ਸਾਧ ਔਰ ਦੂਸਰੇ ਨੇ, ਉਹਨਾਂ ਦੇ ਰਾਹੀਂ। ਸੋ ਕੁੱਲ ਮਿਲਾ ਕੇ ਅਸੀਂ ਸਾਰੇ ਪਾਸੇ ਘਿਰੇ ਹੋਏ ਹਾਂ। ਲੇਕਿਨ ਅਸੀਂ ਜੇ ਉਹਨਾਂ ਦੀ ਦੇਖੋ, ਜਦੋਂ ਤੁਸੀਂ ਦੁਸ਼ਮਣ ਦੀ ਗੇਮ ਪਲਾਨ ਸਮਝ ਜਾਓ ਜੀ, ਤੇ ਫਿਰ ਉਸ ਨਾਲ ਤੁਸੀਂ
ਆਸਾਨੀ ਨਾਲ ਲੜ ਵੀ ਸਕਦੇ ਹੋ ਤੇ ਜਿੱਤ ਵੀ ਸਕਦੇ ਹੋ। ਤੇ ਜੇ ਅਸੀਂ ਉਹਨਾਂ ਦਾ ਜਿਹੜੀ ਜਿਹੜੀ ਉਹਨਾਂ ਦੇ ਵਿਛਾਈ ਹੈ ਬਸਾਤ, ਉਸ ਦੇ ਵਿੱਚ ਤੁਸੀਂ ਉਲਝ ਕੇ ਰਹਿ ਜਾਓ ਤੇ ਫਿਰ ਤੁਸੀਂ ਇੱਕ ਤੋਂ ਬਾਅਦ ਇੱਕ ਪਾਸੇ ਦੌੜਦੇ ਨਜ਼ਰ ਆਓਗੇ, ਆਪਣੀ એનર્ਜੀ ਨੂੰ ਐਗਜ਼ੌਸਟ ਕਰੋਗੇ ਔਰ ਕਿਸੇ ਨਿਸ਼ਾਨੇ ਤੇ ਨਹੀਂ ਅੱਪੜ ਸਕੋਗੇ। ਸੋ ਖਤਰਨਾਕ ਬਸਾਤ ਉਹਨਾਂ ਨੇ ਵਿਛਾਈ ਹੋਈ ਹੈ ਔਰ ਉਹਨਾਂ ਦੀ ਇਹ ਆਲ ਆਊਟ ਟੋਟਲ ਵਾਰ ਹੈ ਸਿੱਖਾਂ ਦੇ ਖਿਲਾਫ। ਇਲੈਕਸ਼ਨਾਂ ਜਾਂ ਇਸ ਸਿਸਟਮ ਚੋਂ ਸਾਡੇ ਲਈ ਕੁਝ ਕੱਢਣ ਪਾਉਣ ਨੂੰ ਨਹੀਂ ਹੈ। ਜੀ ਸਾਨੂੰ ਇਸ ਗੱਲ ਦੇ ਉੱਤੇ ਹੀ ਫੋਕਸ ਕਰਨਾ ਚਾਹੀਦਾ ਹੈ ਕਿ ਅਸੀਂ ਖਾਲਿਸਤਾਨ ਨੂੰ ਲਿਬਰੇਟ ਕਰਵਾਉਣਾ ਹੈ, ਇੰਡੀਅਨ ਆਕੂਪਾਈਡ ਪੰਜਾਬ ਨੂੰ ਇਹਨਾਂ ਦੇ ਖੂਨੀ ਪੰਜੇ ਚੋਂ ਛਡਾਉਣਾ ਹੈ। ਉਸ ਦੇ ਲਈ ਵਿਉਂਤਬੰਦੀ, ਉਸ ਦੇ ਲਈ ਸੀਰੀਅਸ ਗੁਫ਼ਤਗੂ, ਉਸ ਦੇ ਲਈ ਆਪਣੇ ਬਾਕੀ ਵਖਰੇਵਿਆਂ ਨੂੰ ਜਿਹੜਾ ਹੈ ਉਹ ਛੱਡਣਾ, ਇਹ ਸਭ ਤੋਂ ਅਹਿਮੀਅਤ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਵਿਊਅਰਸ, ਉਸ ਤੋਂ ਬਾਅਦ ਇੱਥੋਂ ਹੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ।